ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਜਿਸ ਤਰ੍ਹਾਂ ਦੇ ਨਾਲ ਲੋਕਡਾਊਨ ਦਾ ਚੌਥਾ ਫੇਜ਼ ਸ਼ੁਰੂ ਹੋਇਆ, ਚੌਥੇ ਫੇਜ਼ ਦੇ ਵਿੱਚ ਬਹੁਤੇ ਸਾਰੀਆਂ ਢਿੱਲਾਂ ਨੇ ਜਿਹੜੀਆਂ ਉਹ ਲੋਕਾਂ ਨੂੰ ਦਿੱਤੀਆਂ ਗਈਆਂ ਨੇ। ਪਰੇਸ਼ਾਨੀ ਲੋਕਾਂ ਦੀ ਦੇਖੀ ਗਈ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਕੰਮਕਾਜ ਦੀ ਗੱਲ ਹੋਵੇ, ਰੋਜ਼ਮਰਾ ਦੀ ਜ਼ਿੰਦਗੀ ਦੀ ਗੱਲ ਹੋਵੇ, ਪਰ ਕੋਵਿਡ ਦਾ ਖਤਰਾ, ਕਰੋਨਾ ਦਾ ਖਤਰਾ ਘਟ ਨਹੀਂ ਹੋਇਆ। ਇਹ ਚੀਜ਼ ਸਾਨੂੰ ਭੁੱਲਣੀ ਨਹੀਂ ਚਾਹੀਦੀ ਤੇ ਸ਼ਾਇਦ ਲੱਗਦਾ ਕਿ ਲੋਕ ਇਸ ਚੀਜ਼ ਤੋਂ ਹੁਣ ਇਸ ਖੌਫ ਤੋਂ ਦੂਰ ਹੁੰਦੇ ਨਜ਼ਰ ਆ ਰਹੇ ਨੇ। ਇਹਤਿਆਤ ਅਜੇ ਵੀ ਜ਼ਰੂਰੀ ਹੈ। ਸਾਡੇ ਨਾਲ ਪੀਜੀਆਈ ਦੇ ਕੋਵਿਡ ਮਾਹਿਰ ਹੈਗੇ ਨੇਗੇ ਡਾਕਟਰ ਜੀ.ਡੀ. ਪੁਰੀ ਡੀਨ ਨੇ। ਡਾਕਟਰ ਸਾਹਿਬ, ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਚੌਥਾ ਫੇਜ਼ ਸ਼ੁਰੂ ਹੋਇਆ, ਸ਼ੁਰੂ ਦੇ ਵਿੱਚ ਸਖਤਾਈਆਂ ਬਹੁਤ ਸਾਰੀਆਂ ਸੀਗੀਆਂ, ਲੋਕ ਚਾਹੁੰਦੇ ਸੀਗੇ ਫਿਰ ਵੀ ਉਹ ਚੀਜ਼ਾਂ ਨਹੀਂ ਕਰ ਪਾਉਂਦੇ ਸੀਗੇ। ਬਟ ਹੁਣ ਸਿਚੁਏਸ਼ਨ ਕਿਸ ਤਰ੍ਹਾਂ ਦੀ, ਪਹਿਲਾਂ ਤਾਂ ਤੁਸੀਂ ਦੇਖਦੇ ਹੋ ਆਲ ਓਵਰ ਜਿਵੇਂ ਕਰੋਨਾ ਦਾ ਚੱਲ ਰਿਹਾ ਪ੍ਰਕੋਪ ਇੱਕ, ਤੇ ਹੁਣ ਸਿਚੁਏਸ਼ਨ ਕੀ ਹੈ ਪਹਿਲਾਂ ਤਾਂ ਕਿ ਲੋਕ ਬੇਖੌਫ ਭੁੱਲ ਸਕਦੇ ਨੇ? नहीं, ਇਹ ਗਲਤ ਹੈ ਕਿ ਜਿਹੜੀਆਂ ਸੁਜੈਸ਼ਨਸ ਕਰੋਨਾ ਪੈਂਡੈਮਿਕ ਸ਼ੁਰੂ ਹੋਣ ਦੇ ਟਾਈਮ ਕਈਆਂ ਗਈਆਂ ਸੀ ਕਿ ਡਿਸਟੈਂਸ ਰੱਖੋ, ਹੱਥ ਹਾਈਜੀਨ, ਹੈਂਡ ਹਾਈਜੀਨ ਵਰਤੋ ਤੇ ਮਾਸਕ ਲਗਾ ਕੇ ਚੱਲੋ ਤੇ ਬਹੁਤ ਜ਼ਿਆਦਾ ਗੈਦਰਿੰਗ ਨਾ ਕਰੋ। ਇਹ ਸਾਰੀਆਂ ਚੀਜ਼ਾਂ ਹਜੇ ਵੀ ਲਾਗੂ ਹੈ, ਰਾਦਰ ਹੋਰ ਸਟ੍ਰਿਕਟਲੀ ਲਾਗੂ ਹੋਣ ਦੀ ਜ਼ਰੂਰਤ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਉਹ ਮਾਈਗਰੈਂਟਸ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆ ਰਹੇ ਹੈ। ਕਈ ਸਟੇਟਸ 'ਚ ਸੀਗੇ ਜਿੱਥੇ ਘੱਟ ਸੀਗੇ ਕੋਵਿਡ ਦੇ ਕੇਸਿਸ, ਕਿਸੇ ਸਟੇਟ 'ਚ ਜ਼ਿਆਦਾ ਸੀਗੇ। ਹੁਣ ਇੱਕ ਸਟੇਟ ਤੋਂ ਦੂਸਰੀ ਸਟੇਟ 'ਚ ਆਉਣਗੇ, ਥੋੜ੍ਹਾ ਜਿਹਾ ਪ੍ਰਕੋਪ ਵੱਧ ਵੀ ਸਕਦਾ ਹੈਗਾ। ਉਹ ਸਰਕਾਰ ਨੂੰ ਵੀ ਪਤਾ ਹੈ ਵੱਧ ਵੀ ਸਕਦਾ ਹੈ, ਪਰ ਪਰਮਾਨੈਂਟ ਲੋਕਾਂ ਨੂੰ ਘਰ ਦੇ ਵਿੱਚ ਬੰਦ ਕਰਕੇ ਨਹੀਂ ਰੱਖਿਆ ਜਾ ਸਕਦਾ। ਜਿਨ੍ਹਾਂ ਦੀ ਰੋਜੀ ਰੋਟੀ ਰੋਜ਼ ਕੰਮ ਕਰਕੇ ਚਲਦੀ ਹੈ, ਉਹਨਾਂ ਨੂੰ ਉਹ ਕੰਮ ਦੇਣਾ ਪਏਗਾ, ਕੰਮ ਕਰਾਉਣਾ ਪਏਗਾ। ਉਹ 1.5-2 ਮਹੀਨਾ ਸਰਕਾਰ ਨੇ ਲਾਕਡਾਊਨ ਧੀਰੇ ਧੀਰੇ ਫਿਰ ਖੋਲ੍ਹਿਆ, ਉਹ ਇਸ ਲਈ ਸੀ ਤਾਂ ਕਿ ਸਾਰੇ ਲੋਕਾਂ ਨੂੰ ਇਹ ਪਤਾ ਲੱਗ ਜੇ ਇੰਪੋਰਟੈਂਸ ਇਹ 3-4 ਚੀਜ਼ਾਂ ਦੀ, ਹੈਂਡ ਹਾਈਜੀਨ, ਫੇਸ ਮਾਸਕ, ਡਿਸਟੈਂਸਿੰਗ। ਉਹ ਹੁਣ ਉਹ ਲੋਕ ਸਮਝ ਗਏ ਹੈ। ਕੇਸਿਸ ਪਹਿਲੇ ਸਰਕਾਰ ਸੋਚਦੀ ਸੀ ਬੜੀ ਜ਼ਿਆਦਾ ਕੇਸਿਸ ਹੋਣਗੇ, ਉਹ ਕੇਸਿਸ ਤਾਂ ਹੋਏ, ਪਰ ਉਹਦੀ ਇੰਨੀ ਮੋਰਟੈਲਿਟੀ ਜਿਹੜੀ ਐਕਸਪੈਕਟ ਕਰ ਰਹੇ ਸੀਗੇ ਉਹ ਨਹੀਂ ਹੋਈ। ਮਤਲਬ ਇੰਨੇ ਜ਼ਿਆਦਾ ਕੰਡੀਸ਼ਨ ਖਰਾਬ ਨਹੀਂ ਹੋਈ। ਦੈਟ ਇਜ਼ ਅਨਦਰ ਇੱਕ ਹੋਰ ਰੀਜ਼ਨ ਹੈ ਕਿ ਉਹਨਾਂ ਨੇ ਕਿਹਾ ਹੌਲੀ ਹੌਲੀ ਖੋਲੀਏ, ਹੁਣ ਕੰਮ ਤੇ ਸ਼ੁਰੂ ਕਰਨਾ ਪਏਗਾ। ਸੋ ਇਸ ਲਈ, ਪਰ ਇਹਦੇ ਨਾਲ ਕਰੋਨਾ ਦਾ ਖਤਰਾ ਘਟਿਆ ਨਹੀਂ ਹੈ। ਇਹਨਾਂ ਨਾਲ ਜਿਹੜੀ ਸਾਨੂੰ ਇਤਾਅਤ ਵਰਤਣੀ ਚਾਹੀਦੀ ਹੈ, ਉਹ ਜ਼ਿਆਦਾ ਵਰਤਣੀ ਚਾਹੀਦੀ ਹੈ ਹੁਣ, ਤਾਂ ਕਿ ਹੁਣ ਅਸੀਂ ਇਹਦੇ ਤੋਂ ਸਫ਼ਰ ਨਹੀਂ ਕਰਨਾ। ਅਸੀਂ ਪਹਿਲੇ ਸਮਝ ਨਹੀਂ ਸੀ, ਹੁਣ ਸਾਰਿਆਂ ਨੂੰ ਸਮਝ ਆ ਗਈ ਹੈ। ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਲੋਕਾਂ 'ਚ ਇੱਕ ਹੌਸਲਾ ਇਹ ਵੀ ਬਣ ਗਿਆ ਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਵੀ ਕਿਹਾ, ਵੈਸੇ ਤਾਂ ਚੰਗਾ ਸਾਈਨ ਹੈਗਾ ਕਿ ਕਰੋਨਾ ਹੋਇਆ ਵੀ ਤੇ ਡਾਕਟਰਸ ਦੀ ਜੇ ਕਹੀਏ ਕਿ ਇੱਕ ਚੰਗੀ ਦੇਖਭਾਲ ਜਾਂ ਉਹਨਾਂ ਦਾ ਇੱਕ ਚੰਗੀ ਡਾਇਗਨੋਸ ਦੇ ਨਾਲ ਉਹ ਵਧਿਆ ਨਹੀਂ ਹੈਗਾ, ਠੀਕ ਵੀ ਹੋ ਗਏ ਨੇ। ਲੋਕ ਸ਼ਾਇਦ ਇਹੀ ਚੀਜ਼ ਸੋਚਣ ਲੱਗੇ ਨੇ ਕਿ ਆਖਿਰਕਾਰ ਜਦੋਂ ਠੀਕ ਹੀ ਹੋਈ ਜਾ ਰਹੇ ਨੇ ਤੇ ਕੋਈ ਜ਼ਿਆਦਾ ਖਤਰਾ ਵਧਿਆ ਵੀ ਨਹੀਂ ਹੈਗਾ, ਤਾਂ ਸਾਨੂੰ ਸ਼ਾਇਦ ਡਰਨ ਦੀ ਲੋੜ ਨਹੀਂ ਹੈਗੀ। ਨਹੀਂ, ਇਹ ਗਲਤ ਉਹਨਾਂ ਦੇ ਦਿਮਾਗ 'ਚ ਖਿਆਲ ਹੈ। ਜੇ ਹੈਗਾ ਤਾਂ ਇੱਕ ਖਿਆਲ ਦੂਰ ਕਰਨਾ ਚਾਹਾਂਗਾ ਮੈਂ ਕਿ ਖਤਰਾ ਉਨਾ ਹੀ ਹੈਗਾ। ਹਾਂ, ਇਹ ਜ਼ਰੂਰ ਹੈ ਕਿ ਸਾਨੂੰ ਹੁਣ ਪਤਾ ਲੱਗ ਗਿਆ ਕਿਹੜੇ ਕਿਹੜੇ ਲੱਛਣ ਦੇਖਣੇ ਹੈ, ਕਿਸ ਤਰ੍ਹਾਂ ਮੈਨੇਜ ਬੈਟਰ ਕਰਨਾ ਹੈਗਾ, ਕਿਹੜੀ ਕਿਹੜੀ ਜਗ੍ਹਾ 'ਤੇ ਕੀ ਕੁਛ ਖਾਮੀਆਂ ਸੀਗੀਆਂ। ਮੈਡੀਕਲ ਸਰਵਿਸਿਜ਼ ਦੀਆਂ ਸਾਰੀਆਂ ਪੂਰੀਆਂ ਕਰ ਲਈਆਂ ਸਰਕਾਰ ਦੀ ਪੂਰੀ ਮਦਦ ਦੇ ਕਾਰਨ, ਡਾਕਟਰਾਂ ਦੀ ਮਦਦ ਦੇ ਕਾਰਨ। ਹੁਣ ਪਹਿਲੇ ਡਰ ਸਕਦੇ ਸੀ ਕਿ ਹਾਂ ਵੀ ਹੈਲਥ ਕੇਅਰ ਵਰਕਰ ਦੇ ਨੂੰ ਬਹੁਤ ਨੁਕਸਾਨ ਹੋਏਗਾ। ਦੇਖੋ ਤੁਸੀਂ ਜੇ ਪਿਛਲੇ 2 ਮਹੀਨੇ ਦੇਖੋ, ਠੀਕ ਹੈ ਕੁਛ ਹੈਲਥ ਕੇਅਰ ਵਰਕਰਸ ਨੂੰ ਇਨਫੈਕਸ਼ਨ ਹੋਇਆ, ਪਰ ਕੋਈ ਐਸਾ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ। ਪ੍ਰੀਵੈਂਸ਼ਨ ਕਰ ਲਈ ਉਹਨਾਂ ਨੇ, ਘੱਟ ਐਕਸਪੋਜ਼ਰ, ਪ੍ਰੋਪਰ ਪੀਪੀ ਦਾ ਅਰੇਂਜਮੈਂਟ ਹੋ ਗਿਆ, ਮਾਸਕ N95 ਮਿਲ ਗਏ। ਤੇ ਇਹ ਸਾਰੀਆਂ ਚੀਜ਼ਾਂ ਟਾਈਮ ਮਿਲ ਗਿਆ ਸਾਰਿਆਂ ਨੂੰ ਆਪਣੇ ਆਪ ਨੂੰ ਇਕੁਇਪ ਕਰਨ ਦਾ ਤੇ ਨੌਲੇਜ ਵਧਾਉਣ ਦਾ ਤੇ ਮੈਨੇਜਮੈਂਟ ਨੂੰ ਬੈਟਰ ਕਰਨ ਦਾ। ਤੇ ਹੁਣ ਜੇ ਹੋਏਗਾ ਵੀ ਤੇ ਅਸੀਂ ਮੈਨੇਜ ਕਰਾਂਗੇ। ਸੋ ਇਸ ਲਈ ਇਹ 'ਚ ਘਬਰਾਉਣ ਦੀ ਗੱਲ ਕੋਈ ਨਹੀਂ, ਡੈਫੀਨੇਟਲੀ। ਬਟ ਐਟ ਦ ਸੇਮ ਟਾਈਮ ਇਹ ਲੂਜ਼ਨੈਸ ਨਹੀਂ ਹੋਣੀ ਅਸੀਂ ਕਿ ਹਾਂ ਵੀ ਠੀਕ ਹੈ ਮਾਸਕ ਲਾ ਕੇ ਪਾਰਟੀਆਂ ਕਰੋ, ਕੋਈ ਸੈਲੀਬ੍ਰੇਸ਼ਨਸ ਕਰੋ, ਉਹ ਵਾਲੀ ਗੱਲ ਨਹੀਂ। ਜਿਸ ਤਰ੍ਹਾਂ ਦੇ ਨਾਲ ਡਾਕਟਰ ਸਾਹਿਬ ਲੋਕ, ਜਿਵੇਂ ਤੁਸੀਂ ਵੀ ਕਿਹਾ ਕਿ ਮਾਈਗ੍ਰੇਂਟ ਜਿਹੜੇ ਨਾਂ ਦੀ ਨਾ ਇੱਧਰ ਉੱਧਰ ਹੋ ਰਹੇ ਹੈਗੇ ਨੇ, ਕੋਈ ਜਾ ਰਿਹਾ ਆਪਣੇ ਘਰ, ਤੇ ਲੋਕ ਬਾਜ਼ਾਰਾਂ ਦੇ ਵਿੱਚ ਬੇਖੌਫ ਨਿਕਲ ਪਏ ਨੇ। ਕਈ ਜਗ੍ਹਾ ਦੀ ਤਸਵੀਰਾਂ ਆਉਂਦੀਆਂ ਨੇਗੀਆਂ, ਜਿਵੇਂ ਸਬਜ਼ੀ ਮੰਡੀ ਦੀ ਗੱਲ ਕਰ ਲਈਏ ਜਾਂ ਫਿਰ ਕਿਸੇ ਜਗ੍ਹਾ 'ਤੇ ਚੀਜ਼ ਲੈਣੀ ਹੈ, ਕੋਈ ਰਸ਼ ਜ਼ਿਆਦਾ ਪੈ ਜਾਂਦਾ, ਤਾਂ ਉੱਥੇ ਸ਼ਾਇਦ ਲੋਕ ਡਰ ਬਿਲਕੁਲ ਭੁੱਲ ਚੁੱਕੇ ਹੈਗੇ ਨੇਗੇ। ਤੇ ਇਹਤਿਆਤ ਤੁਸੀਂ ਹੁਣ ਵੀ ਕੀ ਸਮਝਦੇ ਹੋ, ਕਿਉਂਕਿ ਇੱਕ ਗਰਮੀ ਦਾ ਮੌਸਮ ਵੀ ਹੈਗਾ ਤੇ ਉਹਦੇ 'ਚ ਖਤਰਾ ਘਟਿਆ ਜਾਂ ਵਧਿਆ ਜਾਂ ਉਹੀ ਸਿਚੁਏਸ਼ਨ ਹੈ? ਦੇਖੋ, ਪਹਿਲੇ ਕਹਿੰਦੇ ਸੀ ਕਿ ਗਰਮੀ ਆਏਗੀ ਤੇ ਕਰੋਨਾ ਨਹੀਂ ਹੋਏਗਾ, ਉਹ ਤਾਂ ਡਿਸਪਰੂਵ ਹੋ ਗਿਆ ਨਾ। ਗਰਮੀ ਦੇ ਬਾਵਜੂਦ ਵੀ ਗਰਮ ਇਲਾਕਿਆਂ ਦੇ ਵਿੱਚ ਵੀ ਕਰੋਨੇ ਦਾ ਜ਼ੋਰ ਉਨਾ ਹੀ ਹੈਗਾ। ਤੋ ਇਸ ਲਈ ਉਹਦੀ ਗੱਲ 'ਤੇ ਭੁੱਲ ਜਾਓ।
ਦੂਸਰੀ ਗੱਲ ਹੈ ਕਿ ਜਿਹੜੀਆਂ ਹਦਾਇਤਾਂ ਵਰਤਣੀਆਂ, ਸਬਜ਼ੀ ਮਾਰਕੀਟ, ਕਿਧਰੇ ਖਰੀਦ ਫਰੋਖਤ, ਸੈਰ ਸਪਾਟੇ ਕਰਨ ਜਾਣ ਦੇ, ਸਾਰੀਆਂ ਟਰੈਵਲ ਕਰਨ ਦਾ, ਇਹ ਸਾਰੀਆਂ ਹਦਾਇਤਾਂ ਸਾਨੂੰ ਵਰਤਣੀਆਂ ਪੈਣੀਆਂ। ਹੱਥ ਸਾਫ਼ ਰੱਖਣੇ ਹੈ, ਬਾਰ-ਬਾਰ ਮੂੰਹ ਤੇ ਮਾਸਕ ਰੱਖਣਾ ਹੈ, ਬਾਰ-ਬਾਰ ਅਸੀਂ ਹੱਥ ਮੂੰਹ ਤੇ ਨਹੀਂ ਲਿਜਾਣਾ, ਅੱਖਾਂ 'ਚ ਨਹੀਂ ਪਾਉਣਾ, ਨੱਕ 'ਚ ਨਹੀਂ ਪਾਉਣਾ, ਮੂੰਹ 'ਚ ਨਹੀਂ ਪਾਉਣਾ, ਕਿਉਂਕਿ ਇਹਦੇ ਥਰੂ ਹੀ ਇਨਫੈਕਸ਼ਨ ਜਾਂਦਾ ਹੈ। ਅਸੀਂ ਸਰਫੇਸ ਤੇ ਹੱਥ ਰੱਖਦੇ ਹਾਂ, ਜਿੱਦਾਂ ਮੈਂ ਇਹ ਵਾਲੀ ਜਗ੍ਹਾ ਤੇ ਹੱਥ ਰੱਖਿਆ, ਫਿਰ ਮੈਂ ਮੂੰਹ ਤੇ ਰੱਖਾਂਗਾ, ਤੇ ਚਾਂਸਿਸ ਹੈ ਕਿ ਸ਼ਾਇਦ ਜੇ ਇੱਥੇ ਹੋਏਗਾ ਕੁਝ ਤੇ ਮੇਰੇ ਹੱਥ ਤੇ ਲੱਗ ਜਾਏਗਾ, ਉਹਦੇ ਥਰੂ ਮੇਰੇ ਮੂੰਹ ਤੇ ਫਿਰ ਉਹਦੇ ਬਾਅਦ 'ਚ ਅੰਦਰ ਇਨਫੈਕਸ਼ਨ ਹੋ ਸਕਦਾ। ਸੋ ਇਹ ਸਿਮਿਲਰਲੀ ਹੁਣ ਕੋਈ ਸਬਜ਼ੀ ਖਰੀਦਣ ਗਿਆ, ਕੋਈ ਕਰਿਆਨੇ ਦੀ ਸਟੋਰ ਤੇ ਗਿਆ, ਉੱਥੇ ਹਰ ਤਰ੍ਹਾਂ ਦੇ ਲੋਕ ਆਉਂਦੇ ਹੈ, ਤੇ ਹੋ ਸਕਦਾ ਕੋਈ ਕੈਰੀਅਰ ਵੀ ਹੋਏ ਉਹਨਾਂ ਵਿੱਚੋਂ, ਹੋ ਸਕਦਾ ਕੋਈ ਪੁਰਾਣਾ ਮਰੀਜ਼ ਜਾਂ ਹੁਣ ਮਰੀਜ਼ ਹੋਏ ਜਿਹਨਾਂ ਏਸਿਮਟੋਮੈਟਿਕ ਜਿਹਨੂੰ ਕਹਿੰਦੇ। ਤੇ ਇਸ ਲਈ ਵੀ ਹੈਵ ਟੂ ਬੀ ਕੇਅਰਫੁਲ, ਐਵਰੀਬਡੀ ਹੈਜ਼ ਟੂ ਬੀ ਕੇਅਰਫੁਲ, ਵੀ ਹੈਵ ਟੂ ਲਿਵ ਵਿਦ ਕਰੋਨਾ ਐਟ ਦ ਸੇਮ ਟਾਈਮ ਮੇਕਿੰਗ ਸ਼ੋਰ ਕਿ ਅਸੀਂ ਕਿਸੇ ਕੋਲੋਂ ਕੋਈ ਇਨਫੈਕਸ਼ਨ ਲੈ ਨਾ ਲਈਏ, ਨਾ ਹੀ ਅਸੀਂ ਕਿਸੇ ਹੋਰ ਨੂੰ ਦਈਏ। ਸੋ ਇਸ ਲਈ ਮਾਸਕ ਪਹਿਨਣਾ ਬਹੁਤ ਜ਼ਰੂਰੀ ਹੈ, ਬਹੁਤ, ਜੇ ਮਰੀਜ਼ ਹੈ ਤਾਂ ਵੀ, ਤੇ ਜੇ ਮਰੀਜ਼ ਨਹੀਂ ਹੈ ਤਾਂ ਵੀ। ਹਾਂ ਡਾਕਟਰ ਸਾਹਿਬ, ਇਹਦੇ ਵਿੱਚ ਦੂਜਿਆਂ ਦਾ ਵੀ ਜੇ ਕਹੀਏ ਕਿ ਹੁਣ ਇੱਕ ਇਹ ਵੀ ਥਿੰਗ ਬਣ ਚੁੱਕੀ ਹੈਗੀ ਹੈ ਕਿ ਸਾਨੂੰ ਦੂਜਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ, ਕਿਉਂਕਿ ਮਾਸਕ ਦਾ ਮੇਨ ਮਕਸਦ ਇਹੀ ਹੋ ਜਾਂਦਾ ਕਿ ਤੁਹਾਡੇ 'ਚ ਜੇ ਇਨਫੈਕਸ਼ਨ ਹੈ ਤਾਂ ਕਿਤੇ ਦੂਸਰੇ ਤੋਂ ਜਾਵੇ ਨਾ, ਤੇ ਤੁਸੀਂ ਲੈ ਵੀ ਨਾ ਲਓ। ਕਹਿ ਸਕਦੇ ਹਾਂ ਲੋਕਾਂ ਨੂੰ ਇਹ ਵੀ ਚੀਜ਼ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਕਿ ਖੁਦ ਦੂਸਰੇ ਦਾ ਧਿਆਨ ਰੱਖਣ, ਉਹ ਇਹ ਜ਼ਿਆਦਾ ਜ਼ਰੂਰੀ ਹੈ। ਆਪਣਾ ਧਿਆਨ ਤਾਂ ਚਲੋ ਰੱਖਣਾ ਹੀ ਹੈ ਉਹਨਾਂ ਨੇ। ਬਿਲਕੁਲ ਠੀਕ ਕਿਹਾ ਤੁਸੀਂ। ਇੱਕ ਦੂਜੇ ਦਾ ਧਿਆਨ ਰੱਖਾਂਗੇ ਤਦ ਹੀ ਸੁਸਾਇਟੀ ਦਾ ਫਾਇਦਾ ਹੋਏਗਾ। ਸਪੈਸ਼ਲੀ ਵਲਨਰੇਬਲ ਪੀਪਲ ਜਿਹੜੇ ਹੈਗੇ, ਜਿਨ੍ਹਾਂ ਨੂੰ ਕੋਈ ਬਲੱਡ ਪ੍ਰੈਸ਼ਰ, ਹਾਰਟ ਡਿਜ਼ੀਜ਼, ਡਾਇਬਟੀਜ਼, ਕੋਈ ਇਮਿਊਨੋ ਕੰਪਰੋਮਾਈਜ਼ਡ ਹੈ, ਕੋਈ ਦਵਾਈਆਂ ਖਾ ਰਿਹਾ ਜਿਹੜਾ ਇਮਿਊਨਿਟੀ ਘਟਾਉਂਦੇ ਹੈ, ਇਹ ਵਾਲੇ ਮਰੀਜ਼ਾਂ ਨੂੰ ਜ਼ਿਆਦਾ ਖਿਆਲ ਰੱਖਣਾ ਚਾਹੀਦਾ। ਇਹਨਾਂ ਨੂੰ ਜ਼ਿਆਦਾ ਪਬਲਿਕ 'ਚ ਨਹੀਂ ਜਾਣਾ ਚਾਹੀਦਾ। ਜ਼ਰੂਰਤ ਹੈ ਉਹ ਤਦੀ ਬਾਹਰ ਨਿਕਲਣ। ਐਟ ਦ ਸੇਮ ਟਾਈਮ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸੈਰ ਕਰਨੀ ਬੰਦ ਕਰ ਦਿਓ, ਯੋਗਾ ਕਰਨਾ ਬੰਦ ਕਰ ਦਿਓ, ਉਹ ਜ਼ਰੂਰ ਕਰਨਾ ਹੈਗਾ। ਉਹ ਸਾਰੀ ਜਿਹੜੀ ਐਕਸਰਸਾਈਜ਼ ਵਗੈਰਾ ਜਿਹੜੀਆਂ ਚੱਲਦੀ ਸੀ ਚੱਲਣ, ਬਟ ਕੰਜੈਸਟਿਡ ਏਰੀਆਜ਼ ਦੇ ਵਿੱਚ ਨਹੀਂ ਜਾਣਾ। ਐਵੇਂ ਜਿੱਦਾਂ ਤੁਸੀਂ ਕਿਹਾ ਨਾ ਕਿ ਬਿਨਾਂ ਕੰਮ ਦੇ ਬਾਹਰ ਘੁੰਮਣਾ, ਉਹ ਵਾਲਾ। ਅਤੇ ਆਪਣੀ ਹਾਈਜੀਨ, ਸਾਡੇ ਬੱਚੇ ਅਤੇ ਬੁੱਢੇ ਦੋਨਾਂ ਕੋਲੋਂ, ਦੋਨਾਂ ਦੀ ਸਾਡੀ ਸਪੈਸ਼ਲ ਪ੍ਰੀਕਾਸ਼ਨਸ ਲੈਣੀ ਪੈਂਦੀ, ਕਿਉਂਕਿ ਦੇ ਆਰ ਵਲਨਰੇਬਲ। ਵਲਨਰੇਬਲ ਇਨ ਦ ਸੈਂਸ ਬੱਚਿਆਂ ਨੂੰ ਤੁਸੀਂ ਸਮਝਾ ਨਹੀਂ ਸਕਦੇ, ਜੇ ਉਹਨਾਂ ਨੂੰ ਹੋ ਗਿਆ ਉਹਨਾਂ ਨੇ ਫੈਲਾ ਦੇਣਾ ਬਾਕੀ। ਐਟ ਦ ਸੇਮ ਟਾਈਮ ਉਹਨਾਂ ਦੇ ਵਿੱਚ ਕਿ ਇਨਫੈਕਸ਼ਨ ਚਾਹੇ ਘੱਟ ਹੁੰਦਾ ਹੋਏ, ਕੋਈ ਕਹਿੰਦਾ ਹੈਗਾ, ਪਰ ਜਦੋਂ ਫਿਰ ਹੁੰਦਾ ਫਿਰ ਪ੍ਰੋਬਲਮ ਵੀ ਜ਼ਿਆਦਾ ਹੁੰਦੀਆਂ ਉਹਨਾਂ ਨੂੰ ਮੈਨੇਜ ਕਰਨਾ, ਕਿਉਂਕਿ ਉਹ ਇਕੱਲੇ ਤਾਂ ਮੈਨੇਜ ਹੋ ਨਹੀਂ ਸਕਦੇ, ਨਾਲ ਉਹਨਾਂ ਦੇ ਮਦਰ ਵੀ ਰਹੇਗੀ, ਫਾਦਰ ਵੀ ਰਹੇਗਾ, ਫਿਰ ਉਹਨਾਂ ਨੂੰ ਉਹ ਤੋਂ ਹੋ ਸਕਦਾ। ਸਿਮਿਲਰਲੀ ਓਲਡ ਏਜ ਦੇ ਵਿੱਚ ਜੇ ਹੋ ਜਾਏ ਤਾਂ ਉਹਨਾਂ ਦੇ ਉਹਦੀ ਕੰਪਲੀਕੇਸ਼ਨ, ਉਹਦੀ ਮੋਰਟੈਲਿਟੀ, ਮੋਰਬਿਡਿਟੀ ਜ਼ਿਆਦਾ ਹੁੰਦੀ ਹੈ। ਸੋ ਇਸ ਲਈ ਇਹ ਦੋ ਜਿਹੜੇ ਐਕਸਟ੍ਰੀਮ ਏਜਿਸ ਅਤੇ ਨਾਲੇ ਕੋਮੋਰਬਿਡ ਕੰਡੀਸ਼ਨ ਜਿਹਨੂੰ ਕਹਿੰਦੇ ਆ ਕਿ ਬਿਮਾਰੀਆਂ ਹੋਰ ਕਰੋਨਿਕ ਹੈ, ਕਿਡਨੀ ਡਿਜ਼ੀਜ਼, ਹਾਰਟ ਡਿਜ਼ੀਜ਼, ਇਹਨਾਂ ਨੂੰ ਜ਼ਿਆਦਾ ਹਦਾਇਤ ਵਰਤਣੀ ਚਾਹੀਦੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਨਾਲ ਤੁਸੀਂ ਪੀਜੀਆਈ ਦੇ ਵਿੱਚ ਮੁੱਖ ਜ਼ਿੰਮੇਵਾਰੀ 'ਚੋਂ, ਪੰਜਾਬ ਦੇ ਵਿੱਚ ਪੀਜੀਆਈ ਨੂੰ ਲੈ ਕੇ ਸੋਚ, ਜੇ ਕਿ ਜਿਵੇਂ ਕਹਿੰਦੇ ਨੇ ਡਾਕਟਰ ਕਹਿੰਦੇ ਨੇ ਵੀ ਹੌਸਲਾ ਹੋਣਾ ਚਾਹੀਦਾ ਬੰਦੇ ਦੇ ਵਿੱਚ, ਫਿਰ ਵੀ ਉਹ ਵੀ ਇੱਕ ਮੈਡੀਸਨ ਦਾ ਕੰਮ ਕਰਦਾ ਹੈ। ਪੰਜਾਬ ਦੇ ਵਿੱਚ ਇੱਕ ਧਾਰਨਾ ਹੈਗੀ ਹੈ ਕਿ ਉੱਥੇ ਜੇ ਮਰੀਜ਼ ਸੋਚਦਾ ਕਿ ਮੈਨੂੰ ਪੀਜੀਆਈ ਲੈ ਕੇ ਚੱਲੇ ਨੇ ਤਾਂ ਉਹ ਅੱਧਾ ਬਿਲਕੁਲ ਵੈਸੇ ਹੀ ਠੀਕ ਹੋ ਜਾਂਦਾ। ਉਹ ਕਹਿੰਦਾ ਕਿ ਹਾਂ ਯਾਰ ਮੈਨੂੰ ਪੀਜੀਆਈ ਵਾਲੇ ਬਚਾ ਲੈਣਗੇ। ਅਤੇ ਉਹ ਇੱਕ ਐਗਜ਼ਾਮਪਲ ਵੀ ਤੁਸੀਂ ਸੈੱਟ ਕਰਤੀ, ਕਿਉਂਕਿ ਜਿੰਨੇ ਕਰੋਨਾ ਪੇਸ਼ੈਂਟਸ ਉਰੇ ਆਏ ਉਹ 'ਚ ਮੈਕਸਿਮਮ ਹੀ ਨੇ ਜਿਹੜੇ ਨੇ ਕਿ ਹੁਣ ਠੀਕ ਹੋ ਕੇ ਘਰ ਜਾ ਰਹੇ ਨੇ। ਦਵਾਈ ਦਾ ਅਸਰ, ਉਹਨਾਂ ਦੀ ਹਿਊਮਿਨਿਟੀ ਦਾ ਅਸਰ, ਜਾਂ ਕਹੀਏ ਕਿ ਡਾਕਟਰਾਂ ਦੀ ਇੱਕ ਕੇਅਰ ਸੀ, ਉਹ ਵੀ ਜ਼ਰੂਰੀ ਸੀਗੀ, ਤੇ ਆਬਜ਼ਰਵੇਸ਼ਨ ਜ਼ਰੂਰੀ ਸੀ ਉਹਨਾਂ ਦੀ। ਸਾਰੀਆਂ ਚੀਜ਼ਾਂ ਕਹਿ ਸਕਦੇ, ਟਾਈਮਲੀ ਡਿਟੈਕਸ਼ਨ ਕਰਨਾ, ਕੋਈ ਪ੍ਰੀਵੈਂਟਿਵ ਮੈਜਰਸ ਲੈਣਾ, ਕੋਈ ਐਸੇ ਦਵਾਈਆਂ ਦੇਖੋ, ਕੋਈ ਡੈਫੀਨੇਟ ਦਵਾਈ ਨਹੀਂ ਹਜੇ ਬਣੀ ਜਿਹਦੇ ਕਾਰਨ ਕਹਿ ਸਕਦੇ ਕਿ ਇਹ ਦਵਾਈ ਇਹਦਾ ਇਲਾਜ ਹੈਗਾ। ਜਿੱਦਾਂ ਮਲੇਰੀਆ ਦੇ ਵਿੱਚ ਕਲੋਰੋਕੁਇਨ ਹੈ, ਇਹਦੇ 'ਚ ਵੀ ਹਾਈਡਰੋਕਸੀ ਕਲੋਰੋਕੁਇਨ ਯੂਜ਼ ਕਰਦੇ, ਐਜ਼ ਪ੍ਰੋਫਿਲੈਕਟਿਕ ਯੂਜ਼ ਕਰਦੇ। 100% ਇਹ ਕਨਫਰਮ ਨਹੀਂ ਹੈ ਕਿ ਇਹਦਾ ਫਾਇਦਾ ਹੁੰਦਾ ਹੈ, ਠੀਕ ਹੈ। ਪਰ ओवरऑल मैनेजमेंट ऑफ द इंटेंसिव केयर ऑफ सच पेशेंट्स की जो थोड़ी प्रॉब्लम होगी, पहले डिटेक्ट करना कि ऑक्सीजन घट रही है, ऑक्सीजन देना तो वही ICU ਦੇ ਵਿੱਚ ਮੋਨੀਟਰਿੰਗ ਕਰਨੀ ਤਾਂ ਕਿ ਨੈਕਸਟ ਸਟੇਜ ਤੇ ਨਾ ਜਾਏ, ਜੇ ਚਲੇ ਵੀ ਜਾਏ ਤੇ ਪ੍ਰੋਪਰ ਉਹਦੀ ਵੈਂਟੀਲੇਸ਼ਨ, ਨਾਨ ਇਨਵੇਸਿਵ ਵੈਂਟੀਲੇਸ਼ਨ, ਕਈ ਤਰੀਕੇ ਜਿਹੜੇ ਮੈਂ ਦੱਸ ਨਹੀਂ ਸਕਦਾ ਇੱਥੇ, ਬਟ ਉਹ ਸਾਰੇ ਚੀਜ਼ਾਂ ਇੱਥੇ ਅਪਲਾਈ ਕਰਕੇ ਇਹੀ ਨਹੀਂ ਹੈ ਕਿ ਅਸੀਂ ਆਪਣੇ ਇੱਥੇ ਆਪਣੇ ਟ੍ਰੀਟਮੈਂਟ ਕਰ ਰਹੇ ਹਾਂ। ਸਾਰੇ ਸਪੈਸ਼ਲਿਟੀਜ਼ ਦੇ ਇਕੱਠੇ ਹੁੰਦੇ ਆ, ਇੰਟੈਂਸਿਵ ਕੇਅਰ ਵਾਲੇ, ਫਿਜ਼ੀਸ਼ੀਅਨ ਵੀ, ਸਰਜਨ ਵੀ, ਸਾਰੇ ਇਕੱਠੇ ਹੋ ਕੇ ਟਰੀਟ ਕਰਦੇ ਆ। ਪਰ ਅਸੀਂ ਪੰਜਾਬ ਦੇ ਬਾਕੀ ਡਾਕਟਰਾਂ ਨਾਲ ਦੇ ਵੀ ਅਸੀਂ ਸੈਮੀਨਾਰ ਕਰਦੇ ਹਾਂ, ਔਨਲਾਈਨ ਵੈਬੀਨਾਰ ਕਰਦੇ ਹਾਂ, ਅਤੇ ਆਪਣੀ ਜਿਹੜੀ ਐਕਸਪੀਰੀਅੰਸ ਹੈ ਉਹਨਾਂ ਨਾਲ ਸ਼ੇਅਰ ਕਰਦੇ ਹਾਂ। ਉਹਨਾਂ ਦੀ ਕੋਈ ਪ੍ਰੋਬਲਮਸ ਅਸੀਂ ਵੈਬੀਨਾਰ ਸੈਮੀਨਾਰਸ ਨੂੰ ਅਸੀਂ ਦੂਰ ਕਰ ਸਕੀਏ। ਅੱਜ ਕੱਲ੍ਹ ਬੜੇ ਇੰਟਰਨੈਟ ਬੇਸਡ
ਕੋਈ ਪਲੇਟਫਾਰਮਸ ਹੈ ਜਿੱਥੇ ਅਸੀਂ ਇਕੱਠੇ ਬੈਠ ਕੇ 100-200 ਡਾਕਟਰ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਅਸੀਂ ਡਿਸਕਸ ਕਰਦੇ ਹਾਂ। ਹਰ ਵੀਕਐਂਡ ਦੇ ਵਿੱਚ ਅਸੀਂ ਡਿਸਕਸ ਕਰਦੇ ਹਾਂ। ਉਹਦੇ ਨਾਲ ਬਹੁਤ ਫਾਇਦਾ ਹੁੰਦਾ ਇੱਕ ਦੂਜੇ ਨਾਲ ਗੱਲ ਕਰਕੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਨਾਲ ਜੇ ਗੱਲ ਕੀਤੀ ਜਾਵੇ ਕਿ ਅੱਗੇ ਨੂੰ ਹੁਣ ਪੂਰਾ ਜਿਹੜਾ ਮਾਹੌਲ ਬਦਲ ਚੁੱਕਿਆ, ਲੋਕਡਾਊਨ ਨਹੀਂ ਹੈਗਾ, ਲੋਕ ਘੁੰਮ ਫਿਰ ਰਹੇ ਨੇਗੇ, ਇੱਕ ਦੂਜੇ ਤੋਂ ਜਾ ਰਹੇ ਹੈਗੇ ਨੇਗੇ, ਕਿ ਜਿਹੜੇ ਲੋਕ ਵਾਪਿਸ ਆ ਰਹੇ ਨੇ, ਕੋਈ ਵਿਦੇਸ਼ ਤੋਂ ਆ ਰਿਹਾ, ਹੁਣ ਪਿੱਛੇ ਜੇ ਪੰਜਾਬ 'ਚ ਸ਼ਰਧਾਲੂ ਆਏ, ਉਹਨਾਂ 'ਚ ਕਾਫੀ ਕੋਈ ਪੋਜ਼ਿਟਿਵ ਸੀਗੇ, ਤਾਂ ਹੁਣ ਕਹਿ ਸਕਦੇ ਹਾਂ ਕਿ ਆਖਿਰਕਾਰ ਉਹ ਚੀਜ਼ ਦੇ ਵਿੱਚ ਵੀ ਇੱਕ ਦਾਇਰਾ ਉਹ ਪਹਿਲਾਂ ਵਾਂਗੂ ਬਣ ਕੇ ਰੱਖਣਾ ਪਏਗਾ ਕਿ ਜੇ ਕੋਈ ਆਂਦਾ ਹੈ ਤਾਂ ਉਹ 14 ਦਿਨ ਜਾਂ 21 ਦਿਨ ਘਰੇ ਰਹੇ ਖੁਦ। ਹਾਂ ਬਿਲਕੁਲ, ਉਹ ਕਿਸੇ ਹੋਰ ਨੂੰ ਨਾ ਮਿਲੇ, ਆਪਣੇ ਫੇਸ ਮਾਸਕ ਪਹਿਨੇ, हैंड हाइजीन और बाकी डिस्टेंसिस तो रहनी है। 14 दिन उन्होंने सजेशन है दी जाती है कोई आइसोलेटेड एरिया, मतलब जो घर के कई कमरे है, कमरा बाथरूम उन्होंने लिए हो जाए। वैसे इनीशियल दे विच पहले तो सरकार ने कहा सी होटलों च रखांगे या गैस्ट हाउसां च रखांगे, फिर देखा कि जे जिन्हों को अपने जे क्योंकि रिस्पोंसिबल बंदे हैं, सारे एजुकेटेड बंदे आ रहे हैं जोड़े, उन्होंने अपने घर जे उन्होंने कोई जगह हैगी आइसोलेट करने वास्ते उत्थे रहे। पर 2 हफ्ते बैटर है, क्योंकि जे कुछ होना होएगा तो 2 हफ्ते उन्होंने सिम्पटम्स आ जाएंगे, तो जे नहीं आए तो चांसिस है कि बहुत घट के उन्होंने कोरोना लैके आए हैं या कैरियर है या कुछ है। तो बाकी देखो, बाहर तो आओ या अंदर तो आओ, सानू ये 3 चीज़ां करनियां बहुत जरूरी हैं। थोड़ी डिस्टेंस रखना, मास्क पहनना, हैंड हाइजीन, ये बहुत जरूरी है। 3 मूल मंत्र कह सकते हैं क्या? नाले चंगी खुराक खाना, तो साफ खुला एटमोसफेयर होए जिहदे च हवा, सनलाइट, दीज आर ऑल इंपॉर्टेंट थिंग्स। ਡਾਕਟਰ ਸਾਹਿਬ, ਇੱਕ ਜਿਸ ਤਰ੍ਹਾਂ ਦੇ ਨਾਲ ਪਲਾਜ਼ਮਾ ਥੈਰੇਪੀ ਦਾ ਬਹੁਤ ਜ਼ਿਕਰ ਹੋਇਆ ਸੀ, ਲੋਕਾਂ ਨੂੰ ਬੜੀ ਉਮੀਦ ਜਾਗੀ ਸੀ, ਤੇ ਕਹੀਏ ਕਿ ਪੰਜਾਬ 'ਚ ਵੀ ਪਰਮਿਸ਼ਨ ਮਿਲ ਗਈ, ਦਿੱਤੀ ਹੈਗੀ ਕਿ ਹਾਂ ਉਹ ਹੋਣਾ ਚਾਹੀਦਾ, ਉਹਦਾ ਕੋਈ ਅਸਰ ਜੇ ਕਹੀਏ ਪੋਜ਼ਿਟਿਵਲੀ ਦੇਖਣ ਨੂੰ ਮਿਲੀਆਂ ਚੀਜ਼ਾਂ ਉਸ ਤਰ੍ਹਾਂ? ਇਹ ਪਲਾਜ਼ਮਾ ਥੈਰੇਪੀ ਸਿਰਫ ਉਹੀ ਮਰੀਜ਼ਾਂ ਦੇ ਵਾਸਤੇ ਜ਼ਰੂਰਤ ਹੁੰਦੀ ਜਿਹੜੇ ਸੀਵੀਅਰਲੀ ਇਲ ਹੁੰਦੇ ਆ, ਜਿਹੜੇ ਵੈਂਟੀਲੇਟਰ ਤੇ ਜਾਣ ਵਾਲੇ ਹੁੰਦੇ ਆ, ਵੈਂਟੀਲੇਟਰ ਤੇ ਚਲੇ ਗਏ ਹੁੰਦੇ ਆ, ਠੀਕ ਹੈ, ਤੇ ਉਹਨਾਂ ਵਾਸਤੇ ਇਹ ਜ਼ਰੂਰੀ ਹੈਗੀ ਹੈ। ਔਰ ਅਸੀਂ ਸਾਡੇ ਕੋਲ ਕੈਪੇਬਿਲਿਟੀ ਹੈ, ਅਸੀਂ ਪਲਾਜ਼ਮਾ ਇਕੱਠਾ ਕੀਤਾ ਦਾ ਹੈ, ਜੇ ਜੋ ਇੱਦਾਂ ਦਾ ਕੋਈ ਮਰੀਜ਼ ਆਏਗਾ ਅਸੀਂ ਜ਼ਰੂਰ ਉਹਨੂੰ ਕਰਾਂਗੇ। ਪਰ ਤੁਹਾਨੂੰ ਪਤਾ 80% ਸਿੰਪਟਮਸ ਜਾਂ ਮਾਈਲਡ ਸਿੰਪਟਮਸ ਹੁੰਦੇ ਜਾਂ ਕੋਈ ਸਿੰਪਟਮ ਨਹੀਂ ਵੀ ਹੁੰਦੇ, ਇਹ ਸਿੰਪਟੋਮੈਟਿਕ ਜਾਂ ਮਾਈਲਡ ਸਿੰਪਟਮ। ਉਸ ਤੋਂ ਬਾਅਦ 'ਚ ਜਿਹੜੇ 15-20% ਜਿਹੜੇ ਮੋਡਰੇਟ ਸਿੰਪਟਮਸ ਹੁੰਦੇ ਆ, ਅਸੀਂ ਜਿਹੜਾ ਮੋਡਰੇਟ ਸੀਵੀਅਰ ਦੇ ਵੀ ਜਾ ਰਹੇ ਹੁੰਦੇ ਨੇ, ਜਿਹਦੇ ਆਕਸੀਜਨ ਨਾਰਮਲ ਆਕਸੀਜਨ ਥੈਰੇਪੀ ਨਾਲ ਆਕਸੀਜਨ ਦੇਣ ਦੇ ਨਾਲ ਉਹਦੀ ਆਕਸੀਜਨ ਨਹੀਂ ਵੱਧਦੀ ਹੁੰਦੀ, ਉਹ ਵਾਲੇ ਪੇਸ਼ੈਂਟਸ ਦੇ ਵਿੱਚ ਸਾਨੂੰ ਪਲਾਜ਼ਮਾ ਥੈਰੇਪੀ ਦੀ ਵੈਲਿਊ ਹੋ ਸਕਦੀ ਹੈ। ਹਰੇਕ ਬੰਦੇ ਨੂੰ ਪਲਾਜ਼ਮਾ ਥੈਰੇਪੀ ਦੇਣ ਦੀ ਕੋਈ ਲੋੜ ਨਹੀਂ। ਡਾਕਟਰ ਸਾਹਿਬ, ਆਖਿਰ 'ਚ ਨਹੀਂ ਪੁੱਛੂੰਗਾ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਪੂਰਾ ਮਾਹੌਲ ਬਣ ਗਿਆ, ਸਾਰੀਆਂ ਚੀਜ਼ਾਂ ਨੇ ਹੁਣ ਹੌਲੀ ਹੌਲੀ ਸੈਟਲ ਹੋ ਰਹੀਆਂ ਨੇ, ਜਿਹੜਾ ਅਸਰ ਜੇ ਕਹੀਏ ਕਿ ਸਾਡੇ ਦੇਸ਼ 'ਚ ਕਹੀਏ ਜਾਂ ਸੂਬੇ 'ਚ ਕਹੀਏ ਜਾਂ ਇੱਕ ਸਿਟੀ 'ਚ ਕਹੀਏ, ਜਿਸ ਤਰ੍ਹਾਂ ਦੇ ਨਾਲ ਉੱਡਾ ਵੱਡਾ ਦੇਖਣ ਨੂੰ ਮਿਲਿਆ, ਤਾਂ ਇਹਦੀ ਸਭ ਤੋਂ ਵੱਡੀ ਜੇ ਕਹੀਏ ਕਿ ਖਾਸੀਅਤ ਕੀ ਰਹੀ ਹੈਗੀ ਹੈ? ਲੋਕਾਂ ਦਾ ਠੀਕ ਵੀ ਹੋ ਜਾਣਾ ਜਾਂ ਬਹੁਤੇ ਜ਼ਿਆਦਾ ਇਨਫੈਕਟਡ ਨਾ ਹੋਣਾ? ਦੇਖੋ, ਸਰਕਾਰ ਦਾ ਵੀ ਇਹ ਚੁੱਪ ਹੈ ਕਿ ਸਰਕਾਰ ਨੇ ਟਾਈਮਲੀ ਮੂਵਮੈਂਟ ਘਟਾਤੀ, ਸਾਰੇ ਪ੍ਰੀਕਾਸ਼ਨਸ ਲਿੱਤੇ ਕਿ ਕੰਜੈਸ਼ਨ ਨਾ ਹੋਏ, ਲੋਕੀ ਘਰਾਂ ਦੇ ਵਿੱਚ ਰਹਿਣ, ਉਹਨਾਂ ਨੂੰ ਟੀਵੀ ਥਾਣੀ ਜਾਂ ਰੇਡੀਓ ਥਾਣੀ ਜਾਂ ਤੁਹਾਡੇ ਮੀਡੀਆ ਦੇ ਥਰੂ ਉਹਨਾਂ ਨੇ ਕਮਿਊਨੀਕੇਟ ਕੀਤਾ ਕਿਹੜੀ ਪ੍ਰੀਵੈਂਟਿਵ ਮੈਜਰਸ ਲੈਣੇ ਹੈ। ਫਿਰ ਨਾਲ ਦੀ ਨਾਲ ਹਸਪਤਾਲਾਂ ਦਾ ਅਪਗ੍ਰੇਡ ਕੀਤਾ, ਉਹਨਾਂ ਦੇ ਆਈਸੋਲੇਟ ਕਰਨ ਲਈ ਜਗ੍ਹਾ ਬਣਾਈਆਂ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋਈਆਂ ਤੇ ਜਿਹਦੇ ਕਾਰਨ ਅਸੀਂ ਘਟਾ ਸਕੇ ਹਾਂ। ਹੋ ਸਕਦਾ ਹੈ ਕਈ ਜਿੱਦਾਂ ਕਹਿੰਦੇ ਹੈਗੇ, ਜੋ ਮੈਂ ਇਹਦਾ ਕਨਫਰਮ ਤਾਂ ਨਹੀਂ ਕਹਿ ਦਿੰਦਾ ਕਿ ਜੀ ਹਿੰਦੁਸਤਾਨ ਦੇ ਵਿੱਚ ਵੈਸੇ ਵੀ ਥੋੜ੍ਹਾ ਜਿਹਾ ਮਾਈਲਡ ਹੈ, ਬਟ ਮੈਂ ਨਹੀਂ ਕਹਾਂਗਾ ਥੋੜ੍ਹਾ ਮਾਈਲਡ ਹੈ, ਕਿਉਂਕਿ ਕਈ ਜਗ੍ਹਾ ਮੌਤਾਂ ਜ਼ਿਆਦਾ ਵੀ ਹੋਈਆਂ। ਦੇਖੋ ਤੁਸੀਂ ਮਹਾਰਾਸ਼ਟਰ ਦੇ ਵਿੱਚ, ਗੁਜਰਾਤ ਦੇ ਵਿੱਚ ਪਰਸੈਂਟੇਜ ਆਫ ਮੋਰਟੈਲਿਟੀ ਇਜ਼ ਵੈਰੀ ਹਾਈ, ਪੰਜਾਬ ਚੰਡੀਗੜ੍ਹ ਦੇ ਵਿੱਚ ਮੋਰਟੈਲਿਟੀ ਘੱਟ ਹੈ। ਸੋ ਹੋ ਸਕਦਾ ਸਾਡੇ ਜਿਹੜੇ ਹਾਲਾਤ ਹੈ ਬੈਟਰ ਹੈ, ਸਾਡੀ ਖੁਰਾਕ ਬੈਟਰ ਹੈ, ਜਾਂ ਸਾਡੀ ਇਮਿਊਨਿਟੀ ਬੈਟਰ ਹੈ, ਜਾਂ ਸਾਡੇ ਡਾਕਟਰ ਬੈਟਰ ਹੈ, ਕੁਛ ਤੇ ਹੈ। ਬਿਲਕੁਲ, ਜੇ ਦੋਏ ਤਿੰਨੇ ਚੀਜ਼ਾਂ ਮਿਲੀਆਂ ਤਾਂ ਕਹਿ ਸਕਦੇ ਹਾਂ ਕਿ ਹਾਲਾਤ ਚੰਗੇ ਨੇ। ਪਰ ਇੱਕ ਸਭ ਤੋਂ ਜ਼ਿਆਦਾ ਜੇ ਕਹੀਏ ਕਿ ਹਜੇ ਵੀ ਲੋਕਾਂ ਨੂੰ ਇਤਿਹਾਤ ਰੱਖਣ ਦੀ ਇਹ ਜ਼ਰੂਰਤ ਹੈਗੀ ਹੈ ਕਿ ਕਰੋਨਾ ਨੂੰ ਲੈ ਕੇ ਬੇਸ਼ੱਕ ਲੋਕ ਆਪਦੀ ਨਿੱਜੀ ਜ਼ਿੰਦਗੀਆਂ ਦੇ ਵਿੱਚ ਉਲਝ ਚੁੱਕੇ ਹੈਗੇ ਨੇ। ਉਲਝਣ ਦਾ ਮਤਲਬ ਇਹ ਹੈ ਕਿ ਕਾਰੋਬਾਰ ਦੀ ਗੱਲ ਹੋਵੇ, ਰੁਜ਼ਗਾਰ ਦੀ ਗੱਲ ਹੋਵੇ, ਪੈਸੇ ਦੀ ਗੱਲ ਹੋਵੇ, ਪਰ ਕਰੋਨਾ ਦਾ ਖਤਰਾ ਘਟਿਆ ਨਹੀਂ ਹੈਗਾ। ਇਤਿਹਾਤ ਲਗਾਤਾਰ ਰੱਖਣੀ ਹੋਊਗੀ ਜਦੋਂ ਤੱਕ ਜੇ ਕਹੀਏ ਜਾਵੇ ਕਿ ਪੂਰੇ ਵਿਸ਼ਵ ਵਿੱਚ ਜਾਂ ਫਿਰ ਦੇਸ਼ ਭਰ ਦੇ ਵਿੱਚ ਘੱਟੋ ਘੱਟ ਇਹ ਚੀਜ਼ ਅਨਾਉਂਸ ਨਹੀਂ ਹੁੰਦੀ ਹੈਗੀ ਕਿ ਕਰੋਨਾ ਬਿਲਕੁਲ ਖਤਮ ਹੋ ਚੱਲਿਆ ਹੈਗਾ, ਜਿਹਦੇ ਵਾਸਤੇ ਅਜੇ ਸੋਚਿਆ ਜਾ ਸਕਦਾ ਕਿ ਕਾਫੀ ਟਾਈਮ ਲੱਗਣ ਵਾਲਾ ਹੈ। ਤਾਂ ਕਰੋਨਾ ਦਾ ਡਰ ਰੱਖਣਾ ਜ਼ਰੂਰੀ ਹੈ, ਪਰ ਇਤਿਹਾਤ ਵੀ ਨਾਲ ਰੱਖਣੀ ਜ਼ਰੂਰੀ ਹੈ ਤਾਂ ਕਿ ਉਹ ਚੀਜ਼ਾਂ ਅੱਗੇ ਵਧਣ ਨਾ, ਜਾਂ ਤੁਸੀਂ ਉਹਦੇ 'ਚ ਪ੍ਰਭਾਵਿਤ ਨਾ ਹੋਵੋ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ।
ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।